ਸਤਿ ਸ੍ਰੀ ਅਕਾਲ। ਮੈਂ ਡਾਕਟਰ ਦਵਿੰਦਰ ਸਿੰਘ, ਸਹਾਇਕ ਪ੍ਰੋਫੈਸਰ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ। ਪਿਆਰੇ ਵਿਦਿਆਰਥੀਓ, ਅੱਜ ਆਪਾਂ ਵਿਚਾਰ ਚਰਚਾ ਕਰਾਂਗੇ ਭਾਰਤੀ ਕਾਵਿ ਸ਼ਾਸਤਰ ਦੇ ਇੱਕ ਅਹਿਮ ਸੰਕਲਪ ਕਾਵਿ ਦੇ ਭੇਦ ਬਾਰੇ। ਭਾਰਤੀ ਕਾਵਿ ਸ਼ਾਸਤਰ ਵਿੱਚ ਕਾਵਿ ਦਾ ਅਰਥ ਕੇਵਲ ਕਵਿਤਾ ਜਾਂ ਛੰਦਬੱਧ ਰਚਨਾ ਨਹੀਂ, ਸਗੋਂ ਇਸ ਵਿੱਚ ਸਮੁੱਚੀ ਸ਼ਬਦ ਕਲਾ ਨੂੰ ਸ਼ਾਮਲ ਸਮਝਿਆ ਜਾਂਦਾ ਹੈ। ਭਾਵ ਕਵਿਤਾ, ਨਾਟਕ, ਮਹਾਂਕਾਵਿ, ਗਦ, ਪਦ ਅਤੇ ਚੰਪੂ ਆਦਿ ਕਾਵਿ ਜਾਂ ਸਾਹਿਤ ਦੇ ਸਮੁੱਚੇ ਭੇਦ ਉਪਭੇਦ ਕਾਵਿ ਵਿੱਚ ਸ਼ਾਮਲ ਹਨ। ਅੱਜ ਕੱਲ੍ਹ ਦੇ ਢੰਗ ਅਨੁਸਾਰ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਾਹਿਤ ਦੇ ਸਾਰੇ ਰੂਪ ਕਾਵਿ ਦੇ ਵਿੱਚ ਸ਼ਾਮਲ ਹੁੰਦੇ ਹਨ। ਅਤੇ ਹੁਣ ਗੱਲ ਕਰੀਏ ਕਾਵਿ ਦੇ ਭੇਦ ਬਾਰੇ। ਭਾਰਤੀ ਆਚਾਰੀਆਂ ਨੇ ਕਾਵਿ ਦੇ ਭੇਦਾਂ ਉਪਭੇਦਾਂ ਨੂੰ ਮੁੱਖ ਤੌਰ 'ਤੇ 3 ਭਾਗਾਂ ਵਿੱਚ ਵੰਡਿਆ। ਪਹਿਲਾ ਹੈ ਕਾਵਿ ਦੇ ਬਾਹਰੀ ਰੂਪ ਦੇ ਆਧਾਰ 'ਤੇ, ਅਤੇ ਦੂਸਰਾ ਕਾਵਿ ਦੇ ਅਰਥ ਦੇ ਆਧਾਰ 'ਤੇ, ਅਤੇ ਤੀਸਰਾ ਹੈ ਕਾਵਿ ਦੀ ਭਾਸ਼ਾ ਦੇ ਆਧਾਰ 'ਤੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਾਵਿ ਦੇ ਬਾਹਰੀ ਰੂਪ ਦੇ ਆਧਾਰ 'ਤੇ ਕਾਵਿ ਦੇ ਭੇਦਾਂ ਬਾਰੇ। ਅਤੇ ਕਾਵਿ ਦੇ ਬਾਹਰੀ ਰੂਪ ਦੇ ਆਧਾਰ 'ਤੇ ਵੱਖ-ਵੱਖ ਆਚਾਰੀਆਂ ਨੇ ਕਾਵਿ ਨੂੰ ਵੰਡਿਆ ਹੈ, ਅਤੇ ਇਸ ਦੇ ਵਿੱਚ ਅਸੀਂ ਸਾਹਿਤਯ ਦਰਪਣ ਦੇ ਲੇਖਕ ਆਚਾਰੀਆ ਵਿਸ਼ਵਨਾਥ ਨੇ ਜੋ ਕਾਵਿ ਦੀ ਵੰਡ ਕੀਤੀ ਹੈ ਕਾਵਿ ਦੇ ਬਾਹਰੀ ਰੂਪ ਦੇ ਆਧਾਰ 'ਤੇ, ਉਸ ਨੂੰ ਆਧਾਰ ਬਣਾ ਕੇ ਚਰਚਾ ਕਰਾਂਗੇ। ਬਾਕੀ ਆਚਾਰੀਆਂ ਨੇ ਵੀ ਲਗਭਗ ਥੋੜ੍ਹੇ ਬਹੁਤੇ ਫਰਕ ਨਾਲ ਕਾਵਿ ਦੇ ਬਾਹਰੀ ਰੂਪ ਨੂੰ ਜਾਂ ਬਾਹਰੀ ਰੂਪ ਦੇ ਆਧਾਰ 'ਤੇ ਜੋ ਕਾਵਿ ਦੇ ਭੇਦ ਦੱਸੇ ਹਨ ਉਹ ਇਸ ਦੇ ਵਿੱਚ ਹੀ ਆ ਜਾਂਦੇ ਹਨ। ਕਾਵਿ ਨੂੰ ਪਹਿਲਾਂ 2 ਭਾਗਾਂ 'ਚ ਵੰਡਿਆ ਜਾਂਦਾ ਹੈ, ਦ੍ਰਿਸ਼ ਕਾਵਿ ਅਤੇ ਸ਼੍ਰਵ ਕਾਵਿ। ਦ੍ਰਿਸ਼ ਕਾਵਿ ਦਾ ਭਾਵ ਹੈ ਦੇਖਣ ਯੋਗ, ਜਿਵੇਂ ਨਾਟਕ ਅਤੇ ਰੂਪਕ ਆਦਿ ਕਾਵਿ ਰੂਪ ਨੇ ਜਾਂ ਸਾਹਿਤ ਰੂਪ ਨੇ। ਇਹ ਦ੍ਰਿਸ਼ ਕਾਵਿ ਦੇ ਘੇਰੇ 'ਚ ਆਉਂਦੇ ਹਨ, ਜਿਨ੍ਹਾਂ ਨੂੰ ਅਭਿਨੈ ਦੁਆਰਾ ਸਟੇਜ ਦੇ ਉੱਤੇ ਜਾਂ ਮੰਚ ਦੇ ਉੱਤੇ ਪੇਸ਼ ਕੀਤਾ ਜਾਂਦਾ ਹੈ। ਬਾਕੀ ਸਾਰੇ ਜੋ ਕਾਵਿ ਦੇ ਭੇਦ ਨੇ ਉਹ ਸ਼੍ਰਵ ਕਾਵਿ ਦੇ ਅੰਗ ਵਜੋਂ ਲਏ ਜਾਂਦੇ ਹਨ। ਪਹਿਲਾਂ ਆਪਾਂ ਦ੍ਰਿਸ਼ ਕਾਵਿ ਬਾਰੇ ਚਰਚਾ ਕਰਾਂਗੇ। ਦ੍ਰਿਸ਼ ਕਾਵਿ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਵੰਡ ਹੈ ਉਹ ਰੂਪਕ ਅਤੇ ਉਪਰੂਪਕ ਦੇ ਵਿੱਚ ਕੀਤੀ ਜਾਂਦੀ ਹੈ। ਆਚਾਰੀਆ ਭਰਤ ਮੁਨੀ ਨੇ ਸਭ ਤੋਂ ਪਹਿਲਾਂ ਇਸ ਦੀ ਵੰਡ ਕੀਤੀ ਸੀ। ਉਸ ਤੋਂ ਬਾਅਦ ਜਿਵੇਂ ਕਿ ਆਪਾਂ ਉੱਪਰ ਲਿਖਿਆ ਵੀ ਆਚਾਰੀਆ ਵਿਸ਼ਵਨਾਥ ਦੇ ਅਨੁਸਾਰ ਰੂਪਕ ਦੇ ਵਿੱਚ ਨਾਟਕ ਆਦਿ ਆ ਜਾਂਦੇ ਹਨ, ਜਿਸ ਦੇ ਅੱਗੋਂ 10 ਭੇਦ ਹਨ, ਅਤੇ ਉਪਰੂਪਕ ਦੇ ਵਿੱਚ ਨਾਟਿਕਾ ਆਦਿ ਆ ਜਾਂਦੇ ਹਨ, ਜਿਸ ਦੇ ਅੱਗੇ ਉਹ 18 ਭੇਦ ਹਨ। ਅਤੇ ਦ੍ਰਿਸ਼ ਕਾਵਿ ਪ੍ਰਮੁੱਖ ਤੌਰ 'ਤੇ ਨਾਟਕ ਨਾਲ ਜਾਂ ਮੰਚ ਨਾਲ ਜੁੜਿਆ ਹੋਇਆ ਸਾਰਾ ਜੋ ਸਾਹਿਤ ਹੁੰਦਾ ਹੈ ਉਹ ਦ੍ਰਿਸ਼ ਕਾਵਿ ਦੇ ਘੇਰੇ ਵਿੱਚ ਆਉਂਦਾ ਹੈ। ਇਸੇ ਤਰ੍ਹਾਂ ਸ਼੍ਰਵ ਕਾਵਿ ਦੇ ਵਿੱਚ ਪ੍ਰਮੁੱਖ ਤੌਰ 'ਤੇ ਜੋ ਹਨ 3 ਭਾਗਾਂ ਦੇ ਵਿੱਚ ਸ਼੍ਰਵ ਕਾਵਿ ਨੂੰ ਵੰਡਿਆ ਜਾਂਦਾ ਹੈ, ਗਦ, ਪਦ ਅਤੇ ਮਿਸ਼ਰਤ। ਗਦ ਦੇ ਵਿੱਚ ਪ੍ਰਮੁੱਖ ਤੌਰ 'ਤੇ ਕਥਾ ਅਤੇ ਅਖਾਇਕਾ 2 ਜੋ ਗਦ ਤੋਂ ਭਾਵ ਅੱਜ ਕੱਲ੍ਹ ਅਸੀਂ ਵਾਰਤਕ ਵੀ ਕਹਿ ਸਕਦੇ ਹਾਂ, ਅਤੇ ਇਸ ਦੇ ਉਪਭੇਦਾਂ ਦੇ ਵਿੱਚ ਕਥਾ ਅਤੇ ਅਖਾਇਕਾ 2 ਉਪਭੇਦ ਹਨ, ਜਿਨ੍ਹਾਂ ਨੂੰ ਗਦ ਦੇ ਅੰਤਰਗਤ ਰੱਖਿਆ ਜਾਂਦਾ ਹੈ। ਇਸ ਤੋਂ ਇਲਾਵਾ ਪਦ ਦੇ ਵਿੱਚ ਅੱਗੇ ਇਸ ਦੇ ਪ੍ਰਮੁੱਖ ਤੌਰ 'ਤੇ 2 ਭਾਗ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ ਅਨਿਬੱਧ ਕਾਵਿ ਅਤੇ ਪ੍ਰਬੰਧ ਕਾਵਿ ਕਿਹਾ ਜਾਂਦਾ ਹੈ। ਅਨਿਬੱਧ ਕਾਵਿ ਨੂੰ ਆਮ ਤੌਰ 'ਤੇ
ਮੁਕਤਕ ਕਾਵਿ ਵੀ ਕਹਿ ਦਿੱਤਾ ਜਾਂਦਾ ਹੈ। ਜਿਸ ਕਾਵਿ ਵਿੱਚ ਕੋਈ ਸੁਨਿਯੋਜਿਤ ਕਥਾ ਬੰਦ ਨਹੀਂ ਹੁੰਦਾ ਉਸ ਨੂੰ ਅਨੁਬੱਧ ਕਾਵਿ ਕਿਹਾ ਜਾਂਦਾ ਹੈ। ਸਧਾਰਨ ਤੌਰ 'ਤੇ ਇਸ ਨੂੰ ਮੁਕਤਵ ਕਾਵਿ ਕਿਹਾ ਜਾਂਦਾ ਹੈ। ਭਾਵ ਜਿਸ ਕਾਵਿ ਦੇ ਵਿੱਚ ਕੋਈ ਕਥਾ ਨਾ ਹੋਵੇ, ਜਿਵੇਂ ਕੋਈ ਇੱਕ ਸ਼ਲੋਕ ਹੋਵੇ ਜਾਂ ਅੱਜ ਕੱਲ੍ਹ ਦੇ ਹਿਸਾਬ ਨਾਲ ਕੋਈ ਨਿੱਕੀ ਕਵਿਤਾ ਹੋਵੇ, ਉਹ ਅਨੁਬੱਧ ਕਾਵਿ ਜਾਂ ਮੁਕਤਕ ਕਾਵਿ ਦੇ ਘੇਰੇ ਦੇ ਵਿੱਚ ਆਏਗੀ। ਅਤੇ ਦੂਸਰਾ ਪਦ ਕਾਵਿ ਦਾ ਜੋ ਭੇਦ ਹੈ ਉਹ ਹੈ ਪ੍ਰਬੰਧ ਕਾਵਿ। ਪ੍ਰਬੰਧ ਕਾਵਿ ਦੇ ਅੱਗੇ ਦੋ ਭਾਗ ਹਨ, ਮਹਾਂਕਾਵਿ ਅਤੇ ਖੰਡ ਕਾਵਿ। ਅਤੇ ਮਹਾਂਕਾਵਿ ਉਸ ਨੂੰ ਕਹਿੰਦੇ ਹਨ ਵੀ ਜਿਸ ਕਾਵਿ ਵਿੱਚ ਕੋਈ ਸੁਨਿਯੋਜਿਤ ਲੰਬੀ ਕਥਾ ਹੋਵੇ ਉਸ ਨੂੰ ਪ੍ਰਬੰਧ ਕਾਵਿ ਕਹਿੰਦੇ ਹਨ। ਅਤੇ ਮਹਾਂਕਾਵਿ ਅਤੇ ਖੰਡ ਕਾਵਿ ਇਸ ਦੇ ਦੋ ਭੇਦ ਹਨ। ਮਹਾਂਕਾਵਿ ਬੜੇ ਵਿਸਥਾਰ ਵਾਲਾ ਹੁੰਦਾ ਹੈ ਅਤੇ ਇਸ ਦੀ ਵੰਡ ਸਰਗਾਂ ਵਿੱਚ ਹੁੰਦੀ ਹੈ। ਜਿਵੇਂ ਰਾਮਾਇਣ ਅਤੇ ਮਹਾਂਭਾਰਤ ਮਹਾਂਕਾਵਿ ਦੀਆਂ ਪ੍ਰਮੁੱਖ ਉਦਾਹਰਨਾਂ ਹਨ। ਹੋਰ ਵੀ ਬਹੁਤ ਸਾਰੇ ਮਹਾਂਕਾਵਿ ਲਿਖੇ ਗਏ ਅਤੇ ਇਸ ਦੇ ਜਿਹੜੇ ਗੁਣ ਨੇ ਵੈਸੇ ਕਾਫੀ ਵਿਸਥਾਰ ਦੇ ਵਿੱਚ ਇਹਨਾਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ, ਪਰ ਇਹਦੀ ਜਿਹੜੀ ਪ੍ਰਮੁੱਖ ਪਛਾਣ ਹੈ ਉਹ ਇਹ ਹੈ ਕਿ ਇਹ ਵਿਸਥਾਰ ਵਾਲਾ ਹੁੰਦਾ ਹੈ ਅਤੇ ਇਸ ਦੀ ਵੰਡ ਸਰਗਾਂ 'ਚ ਹੁੰਦੀ ਹੈ। ਸਰਗਾਂ ਤੋਂ ਭਾਵ ਅਧਿਆਇ ਦੇ ਵਿੱਚ ਇਸ ਨੂੰ ਵੰਡਿਆ ਜਾਂਦਾ। ਅਤੇ ਪ੍ਰਬੰਧ ਕਾਵਿ ਦਾ ਜਿਹੜਾ ਦੂਸਰਾ ਭੇਦ ਹੈ ਉਹ ਹੈਗਾ ਖੰਡ ਕਾਵਿ। ਖੰਡ ਕਾਵਿ ਦਾ ਸਰੂਪ ਤਾਂ ਮਹਾਂਕਾਵਿ ਵਾਲਾ ਹੀ ਹੁੰਦਾ। ਅਸਲ ਵਿੱਚ ਇਹ ਮਹਾਂਕਾਵਿ ਦੇ ਕਿਸੇ ਇੱਕ ਅੰਸ਼ ਦਾ ਅਨੁਸਰਨ ਕਰਨ ਵਾਲਾ ਹੁੰਦਾ। ਵੀ ਜਿਵੇਂ ਮਹਾਂਕਾਵਿ ਦੇ ਵਿੱਚ ਬਹੁਤ ਸਾਰੀਆਂ ਕਹਾਣੀਆਂ ਹੁੰਦੀਆਂ ਨੇ, ਪਰ ਜੋ ਖੰਡ ਕਾਵਿ ਹੈ ਉਸ ਦੀ ਕਿਸੇ ਇੱਕ ਕਹਾਣੀ ਨੂੰ ਜਾਂ ਕਿਸੇ ਇੱਕ ਭਾਗ ਨੂੰ ਖੰਡ ਕਾਵਿ ਦੇ ਵਿੱਚ ਪੇਸ਼ ਕੀਤਾ ਜਾਂਦਾ। ਅਤੇ ਤੀਸਰਾ ਇਸ ਦਾ ਜੋ ਭੇਦ ਹੈ ਪਦ ਕਾਵਿ ਦਾ ਉਹ ਹੈ ਚੰਪੂ। ਚੰਪੂ ਗਦ ਅਤੇ ਪਦ ਵਾਲੀ ਮਿਸ਼ਰਤ ਕਿਰਤ ਨੂੰ ਕਿਹਾ ਜਾਂਦਾ ਹੈ। ਭਾਵ ਜਿਸ ਵਿੱਚ ਗਦ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਅਤੇ ਪਦ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਵਿਸ਼ਵਨਾਥ ਅਨੁਸਾਰ ਵਿਰਧ ਅਤੇ ਕਰੰਬਕ ਇਸ ਦੇ ਦੋ ਭੇਦ ਹਨ। ਇਸ ਵਿੱਚ ਕਿਸੇ ਰਾਜਾ ਦੀ ਪ੍ਰਸ਼ੰਸਾ ਜਾਂ ਉਸਤਤੀ ਕੀਤੀ ਜਾਂਦੀ ਹੈ ਵਿਰਧ ਦੇ ਵਿੱਚ, ਅਤੇ ਕਰੰਬਕ ਦੇ ਵਿੱਚ ਵੀ ਲਗਭਗ ਇਹੀ ਹੁੰਦਾ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪਦ ਕਾਵਿ ਨੂੰ ਸ਼ਰਵ ਕਾਵਿ ਨੂੰ ਅੱਗੇ ਜਿਹੜੇ ਪ੍ਰਮੁੱਖ ਤਿੰਨ ਭਾਗਾਂ 'ਚ ਵੰਡਿਆ ਜਾਂਦਾ, ਗਦ ਪਦ ਅਤੇ ਮਿਸ਼ਰਤ। ਇਹਨਾਂ ਨੂੰ ਅੱਗੇ ਇਹਨਾਂ ਦੇ ਉਪਭਾਗ ਨੇ। ਅਤੇ ਇਸ ਤਰ੍ਹਾਂ ਆਚਾਰੀਆਂ ਨੇ ਕਾਵਿ ਦੇ ਬਾਹਰੀ ਰੂਪ ਦੇ ਆਧਾਰ 'ਤੇ ਕਾਵਿ ਦੇ ਭੇਦਾਂ ਦਾ ਵਰਣਨ ਕੀਤਾ ਹੈ। ਜਿਹੜੀ ਵੰਡ ਬਾਰੇ ਅਸੀਂ ਜ਼ਿਕਰ ਕੀਤਾ ਹੈ ਇਹ ਪ੍ਰਮੁੱਖ ਤੌਰ 'ਤੇ ਆਚਾਰੀਆ ਵਿਸ਼ਵਨਾਥ ਨੇ ਜੋ ਵੰਡ ਕੀਤੀ ਹੈ ਉਸ ਦਾ। ਅਤੇ ਆਚਾਰੀਆ ਦੰਡੀ ਨੇ ਵੀ ਇਸ ਤਰ੍ਹਾਂ ਹੀ ਵੰਡ ਕੀਤੀ ਹੈ। ਉਹਨਾਂ ਅਨੁਸਾਰ ਗਦ ਕਾਵਿ, ਪਦ ਕਾਵਿ ਅਤੇ ਗਦ ਪਦਮੈ ਦਾ ਮਤਲਬ ਹੈ ਮਿਸ਼ਰਤ ਕਾਵਿ। ਅਤੇ ਦੰਡੀ ਅਨੁਸਾਰ ਜੋ ਗਦ ਕਾਵਿ ਹੈ ਉਸ ਦੇ ਉਪਭੇਦ ਜੋ ਨੇ ਕਥਾ ਅਤੇ ਅਖਾਇਕਾ ਨੇ। ਅਤੇ ਇਹ ਵਿਚਾਰ ਵੀ ਸੰਸਕ੍ਰਿਤ ਦੇ ਆਚਾਰੀਆਂ ਦੇ ਵਿੱਚ ਬਹੁਤ ਪ੍ਰਚਲਿਤ ਹੈ ਕਿ ਗਦ ਕਾਵਿ ਕਵੀਆਂ ਦੇ ਕਵਿਤਵ ਦੀ ਕਸਵੱਟੀ ਹੁੰਦੀ ਹੈ। ਭਾਵ ਕਿਸੇ ਕਵੀ ਦੀ ਜਿਹੜੀ ਪਰਖ ਹੈ ਉਹ ਗਦ ਲਿਖਣ ਦੇ ਵਿੱਚ ਹੀ ਹੁੰਦੀ ਹੈ। ਅਤੇ ਇਸ ਤੋਂ ਇਲਾਵਾ ਅਗਨੀ ਪੁਰਾਣ ਦੇ ਕਰਤਾ ਅਨੁਸਾਰ ਚੂਰਨਕ, ਉਤਕਲਕਾ ਅਤੇ ਵ੍ਰਿਤਗੰਧੀ ਅਤੇ ਅਖਾਇਕਾ, ਕਥਾ, ਖੰਡ ਕਥਾ, ਪਰੀ ਕਥਾ, ਕਥਾਨਕ ਕਥਾ, ਇਸ ਤਰ੍ਹਾਂ ਉਹਨਾਂ ਨੇ ਗਦ ਕਾਵਿ ਦੀ ਵੰਡ ਕੀਤੀ ਹੈ। ਅਤੇ ਇਹ ਸੀ ਆਚਾਰੀਆ ਅਨੁਸਾਰ ਕਾਵਿ ਦੇ ਬਾਹਰੀ ਰੂਪ ਦੇ ਆਧਾਰ 'ਤੇ ਕਾਵਿ ਦੇ ਭੇਦ। ਅਰਥ ਦੇ ਆਧਾਰ 'ਤੇ ਕਾਵਿ ਦੇ ਭੇਦ। ਕਾਵਿ ਦੇ ਭੇਦਾਂ ਦੀ ਇੱਕ ਵੰਡ ਅਰਥ ਦੇ ਆਧਾਰ 'ਤੇ ਵੀ ਕੀਤੀ ਗਈ ਹੈ। ਭਾਰਤੀ ਕਾਵਿ ਸ਼ਾਸਤਰ ਅਤੇ ਧੁਨੀ ਸੰਪਰਦਾਇ ਦੇ ਆਚਾਰੀਆ ਆਨੰਦਵਰਧਨ ਨੇ ਅਰਥ ਦੇ ਆਧਾਰ 'ਤੇ ਕਾਵਿ ਦੇ ਭੇਦਾਂ ਦਾ ਵਰਗੀਕਰਨ ਕੀਤਾ ਹੈ। ਉਹਨਾਂ ਅਨੁਸਾਰ ਕਾਵਿ
ਅਰਥ ਦੇ ਆਧਾਰ ਤੇ ਵਾਚਿਆ ਤੇ ਪ੍ਰਤੀਯਮਾਨ ਦੋ ਤਰ੍ਹਾਂ ਦਾ ਹੁੰਦਾ ਹੈ। ਤੇ ਇਹਨਾਂ ਦੋਹਾਂ ਅਰਥਾਂ ਦੀ ਪ੍ਰਧਾਨਤਾ ਅਥਵਾ ਅਪ੍ਰਧਾਨਤਾ ਦੇ ਆਧਾਰ ਤੇ ਧੁਨੀਵਾਦੀ ਆਚਾਰੀਆਂ ਨੇ ਧੁਨੀ ਕਾਵ, ਗੁਣੀਭੂਤ ਵਿਅੰਗ ਕਾਵ, ਚਿੱਤਰ ਕਾਵ ਦੇ ਰੂਪ ਵਿੱਚ ਕਾਵ ਦੇ ਤਿੰਨ ਭੇਦ ਕੀਤੇ ਹਨ। ਤੇ ਮੰਮਟ ਨੇ ਇਸ ਦਾ ਅਨੁਸਰਣ ਕਰਦੇ ਹੋਏ ਜਾਂ ਇਸ ਨੂੰ ਆਧਾਰ ਬਣਾਉਂਦੇ ਹੋਏ ਕਾਵ ਦੇ ਤਿੰਨ ਭੇਦ ਕੀਤੇ ਹਨ: ਉੱਤਮ, ਮੱਧਮ, ਅਵਰ ਜਾਂ ਅਦਮ। ਤੇ ਉਹਨਾਂ ਨੇ ਇਹ ਜੋ ਆਧਾਰ ਬਣਾਇਆ ਹੈ ਕਾਵ ਦੇ ਭੇਦਾਂ ਦਾ, ਉਹ ਵਿਅੰਜਨਾ ਸ਼ਕਤੀ ਨੂੰ ਮੁੱਖ ਰੱਖ ਕੇ ਬਣਾਇਆ ਹੈ। ਇਹ ਜੋ ਕਾਵ ਦੇ ਭੇਦ ਹਨ, ਇਹ ਪ੍ਰਮੁੱਖ ਤੌਰ 'ਤੇ ਧੁਨੀ ਕਾਵ ਦੇ ਆਚਾਰੀਆਂ ਨੇ ਦਿੱਤੇ ਹਨ। ਤਾਂ ਸਭ ਤੋਂ ਪਹਿਲਾਂ ਸਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਧੁਨੀ ਕੀ ਹੈ। ਧੁਨੀ ਤੋਂ ਭਾਵ ਹੈ ਵੀ ਵਾਚਿਆ ਅਰਥ ਦੀ ਥਾਂ ਵਿਅੰਗ ਅਰਥ ਨੂੰ ਅਭਿਵਿਅਕਤ ਕਰਨ ਵਾਲੇ ਅਰਥ ਲਈ ਧੁਨੀ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ। ਮਤਲਬ ਸਧਾਰਨ ਅਰਥਾਂ ਦੀ ਥਾਂ ਜਦੋਂ ਸਾਹਿਤ ਦੇ ਵਿੱਚ ਕੋਈ ਵਿਅੰਗ ਅਰਥ ਜਾਂ ਛੁਪਿਆ ਅਰਥ ਜਾਂ ਟੇਢਾ ਅਰਥ ਪੈਦਾ ਹੋਵੇ ਤਾਂ ਉਸ ਨੂੰ ਧੁਨੀ ਕਿਹਾ ਜਾਂਦਾ ਹੈ। ਇਸ ਦਾ ਸਿੱਧਾ ਜਿਹਾ ਭਾਵ ਹੈ ਕਿ ਜਿਹੜਾ ਸਾਹਿਤ ਸਰਲ ਸਧਾਰਨ ਹੈ, ਜਿਹਦੇ ਅਰਥ ਸਥਾਈ ਨੇ, ਉਹ ਸਾਹਿਤ ਅਸਲ ਦੇ ਵਿੱਚ ਸਾਹਿਤ ਨਹੀਂ। ਜਦੋਂ ਸਾਹਿਤ ਦੇ ਵਿੱਚ ਵਿਅੰਗ ਅਰਥ ਪੈਦਾ ਹੁੰਦੇ ਆ ਤਾਂ ਉਸ ਨੂੰ ਅਸਲੀ ਅਰਥਾਂ 'ਚ ਸਾਹਿਤ ਮੰਨਿਆ ਜਾਂਦਾ। ਉਸ ਦੇ ਆਧਾਰ 'ਤੇ ਹੀ ਇਹ ਸਾਹਿਤ ਦੇ ਭੇਦ ਜਾਂ ਕਾਵ ਦੇ ਭੇਦ ਧੁਨੀ ਦੇ ਆਚਾਰੀਆਂ ਨੇ ਕੀਤੇ ਹਨ। ਇਸ ਤਰ੍ਹਾਂ ਧੁਨੀਵਾਦੀ ਆਚਾਰੀਆਂ ਵੱਲੋਂ ਵਿਅੰਗ ਅਰਥ ਨੂੰ ਪੇਸ਼ ਜਾਂ ਵਿਅਕਤ ਕਰਨ ਵਾਲੇ ਸ਼ਬਦ ਅਤੇ ਅਰਸ਼ ਲਈ ਧੁਨੀ ਪਦ ਦਾ ਪ੍ਰਯੋਗ ਕੀਤਾ ਹੈ। ਇਸ ਆਧਾਰ 'ਤੇ ਧੁਨੀਵਾਦੀ ਆਚਾਰੀਆਂ ਨੇ ਕਾਵ ਦੇ ਤਿੰਨ ਭੇਦ ਕੀਤੇ ਹਨ। ਸਭ ਤੋਂ ਪਹਿਲਾਂ ਉਹ ਕਹਿੰਦੇ ਹਨ ਧੁਨੀ ਕਾਵ। ਧੁਨੀ ਕਾਵ ਦੀ ਵਿਆਖਿਆ ਕਰਦੇ ਹੋਏ ਆਚਾਰੀਆ ਮੰਮਟ ਕਹਿੰਦੇ ਹਨ, ਜਿੱਥੇ ਵਾਚਿਆ ਅਰਥ ਦੀ ਬਜਾਏ ਵਿਅੰਗ ਅਰਥ ਦੀ ਪ੍ਰਧਾਨਤਾ ਹੋਵੇ ਤਾਂ ਉਹ ਕਾਵ ਧੁਨੀ ਕਾਵ ਕਹਾਉਂਦਾ ਹੈ। ਇਸ ਨੂੰ ਉੱਤਮ ਕਾਵ ਵੀ ਕਿਹਾ ਜਾਂਦਾ। ਦੂਸਰਾ ਹੈ ਗੁਣੀਭੂਤ ਵਿਅੰਗ ਕਾਵ। ਇਸ ਬਾਰੇ ਆਚਾਰੀਆ ਮੰਮਟ ਦਾ ਵਿਚਾਰ ਹੈ ਕਿ ਵਾਚਿਆ ਅਰਥ ਦੀ ਬਜਾਏ ਵਿਅੰਗ ਅਰਥ ਦੀ ਪ੍ਰਧਾਨਤਾ ਵਿਸ਼ੇਸ਼ ਚਮਤਕਾਰੀ ਰੂਪ ਵਿੱਚ ਨਾ ਹੋਣ 'ਤੇ ਗੁਣੀਭੂਤ ਵਿਅੰਗ ਕਾਵ ਹੁੰਦਾ ਹੈ। ਇਸ ਨੂੰ ਮੱਧਮ ਕਾਵ ਵੀ ਕਿਹਾ ਜਾਂਦਾ ਹੈ, ਭਾਵ ਵਿਚਕਾਰਲੇ ਦਰਜੇ ਦਾ, ਵੀ ਜਿਹਦੇ ਵਿੱਚ ਵਿਅੰਗ ਅਰਥ ਹੋਵੇ ਤਾਂ ਸਹੀ ਪਰ ਬਹੁਤੇ ਚਮਤਕਾਰੀ ਢੰਗ ਨਾਲ ਨਾ ਹੋਵੇ ਤਾਂ ਉੱਥੇ ਗੁਣੀਭੂਤ ਵਿਅੰਗ ਕਾਵ ਹੁੰਦਾ ਹੈ। ਅਤੇ ਮੰਮਟ ਨੇ ਇਸ ਨੂੰ ਅਗੂੜ ਵਿਅੰਗ, ਅਪਰਿਸਾਗ ਵਿਅੰਗ, ਵਾਚਿਆ ਸਿੱਧਾ ਵਿਅੰਗ, ਅਸਫੁਟ ਵਿਅੰਗ, ਸੰਦਿਗਧ ਪ੍ਰਧਾਨ ਵਿਅੰਗ, ਤੁਲੈ ਪ੍ਰਧਾਨ ਵਿਅੰਗ, ਕਾਕੂਆਕਸ਼ਪਿਤ ਵਿਅੰਗ, ਅਸੁੰਦਰ ਵਿਅੰਗ ਨਾਂ ਦੇ ਇਸ ਦੇ 8 ਉਪਭੇਦ ਵੀ ਕੀਤੇ ਹਨ। ਧੁਨੀਵਾਦੀ ਆਚਾਰੀਆਂ ਅਨੁਸਾਰ ਕਾਵ ਦਾ ਜੋ ਤੀਜਾ ਭੇਦ ਹੈ ਉਹ ਹੈ ਚਿੱਤਰ ਕਾਵ। ਮੰਮਟ ਅਨੁਸਾਰ ਜਿਸ ਕਾਵ ਵਿੱਚ ਵਿਅੰਗ ਅਰਥ ਦਾ ਅਭਾਵ ਹੁੰਦਾ ਉਸ ਨੂੰ ਅਵਰ ਅਰਥਾਤ ਮੱਧਮ ਜਾਂ ਚਿੱਤਰ ਕਾਵ ਕਹਿੰਦੇ ਹਨ। ਭਾਵ ਉਹ ਕਾਵ ਜਾਂ ਸਾਹਿਤ ਜਿਸ ਵਿੱਚ ਵਿਅੰਗ ਨਾ ਹੋਵੇ ਜਾਂ ਬਹੁਤ ਘੱਟ ਹੋਵੇ ਉਸ ਨੂੰ ਚਿੱਤਰ ਕਾਵ ਕਿਹਾ ਜਾਂਦਾ ਹੈ। ਵੀ ਸਿਰਫ ਉਹ ਚਿੱਤਰਨ ਕਰਦਾ, ਉਸ ਦੇ ਵਿੱਚ ਕੋਈ ਗਹਿਰੇ ਅਰਥ ਹੈ ਜਿਹੜੇ ਨਹੀਂ ਹੁੰਦੇ। ਇਸ ਕਰਕੇ ਇਸ ਨੂੰ ਅਦਮ ਜਾਂ ਅਵਰ ਕਾਵ ਵੀ ਕਹਿੰਦੇ ਆ, ਭਾਵ ਜਿਸ ਦੇ ਵਿੱਚ ਕੋਈ ਬਹੁਤੇ ਗੁਣ ਹੈ ਜੋ ਨਹੀਂ ਹਨ। ਇੱਥੇ ਚਿੱਤਰ ਦਾ ਇੱਕ ਭਾਵ ਇਹ ਵੀ ਹੈ ਕਿ ਜਿਸ ਵਿੱਚ ਗੁਣ ਅਤੇ ਅਲੰਕਾਰ ਤਾਂ ਹਨ ਪਰ ਜਿਸ ਵਿੱਚ ਸਪਸ਼ਟ ਰੂਪ ਨਾਲ ਵਿਅੰਗ ਨਹੀਂ ਹੈ ਜਾਂ ਵਿਅੰਗ ਤੋਂ ਰਹਿਤ ਜੋ ਕਾਵ ਹੈ ਉਸ ਨੂੰ ਚਿੱਤਰ ਕਾਵ ਕਿਹਾ ਜਾਂਦਾ ਹੈ। ਅਤੇ ਅਵਰ ਅਤੇ ਅਦਮ ਤੋਂ ਭਾਵ ਨਿਮਨ ਕੋਟੀ ਦਾ ਹੋਣਾ। ਵਿਸ਼ਵਨਾਥ ਵਰਗੇ ਆਚਾਰੀਆਂ 'ਤੇ ਇਸ 'ਤੇ ਦੋਸ਼ ਵੀ ਲੱਗਿਆ ਕਿ ਅਵਿਅੰਗ ਸ਼ਬਦ ਜਾਂ ਪਦ ਦੇ ਉੱਤੇ ਕਿ ਜਿਸ ਸਾਹਿਤ ਵਿੱਚ ਜਾਂ ਜਿਸ ਕਾਵ ਦੇ ਵਿੱਚ ਵਿਅੰਗ ਹੀ ਨਹੀਂ ਉਹ ਕਾਵ ਕਿਵੇਂ ਹੋ ਗਿਆ। ਅਤੇ ਮੰਮਟ ਦਾ ਇੱਥੇ ਅਵਿਅੰਗ ਤੋਂ ਭਾਵ ਇਹ ਸੀ ਕਿ
ਭਾਵੇਂ ਚਿੱਤਰ ਕਾਵ ਦੇ ਵਿੱਚ ਵਿਅੰਗ ਹੁੰਦਾ ਹੈ, ਪਰ ਉਹ ਵਿਅੰਗ ਬਹੁਤਾ ਸਪਸ਼ਟ ਨਹੀਂ ਹੁੰਦਾ, ਜਿਸ ਕਰਕੇ ਉਸ ਨੂੰ ਸਹੀ ਅਰਥਾਂ ਦੇ ਵਿੱਚ ਵਿਅੰਗ ਕਾਵ ਜਾਂ ਧੁਨੀ ਕਾਵ ਨਹੀਂ ਕਿਹਾ ਜਾ ਸਕਦਾ। ਚਿੱਤਰ ਕਾਵ ਦੇ ਅੱਗੇ ਦੋ ਉਪਭੇਦ ਵੀ ਕੀਤੇ ਜਾਂਦੇ ਹਨ, ਸ਼ਬਦ ਚਿੱਤਰ ਕਾਵ ਤੇ ਅਰਥ ਚਿੱਤਰ ਕਾਵ। ਜਿੱਥੇ ਕੋਈ ਸ਼ਬਦ ਸੁਹਿਰਦ ਜਾਂ ਪਾਠਕ ਦੇ ਮਨ ਦੇ ਵਿੱਚ ਚਮਤਕਾਰ ਪੈਦਾ ਕਰੇ ਉਸ ਨੂੰ ਸ਼ਬਦ ਚਿੱਤਰ ਕਾਵ, ਅਤੇ ਜਿੱਥੇ ਅਰਥ ਅਲੰਕਾਰ ਨਾਲ ਕੋਈ ਚਮਤਕਾਰ ਪੈਦਾ ਹੋਵੇ ਉਸ ਨੂੰ ਅਰਥ ਚਿੱਤਰ ਕਾਵ ਕਿਹਾ ਜਾਂਦਾ ਹੈ। ਮੰਮਟ ਦੁਆਰਾ ਪੇਸ਼ ਕੀਤੇ ਗਏ ਵਿਅੰਗ ਅਰਥ ਤੇ ਆਧਾਰਤ ਕਾਵ ਦੇ ਇਹਨਾਂ ਭੇਦਾਂ ਨੂੰ ਥੋੜ੍ਹੇ ਬਹੁਤੇ ਫਰਕ ਨਾਲ ਹੋਰਨਾਂ ਆਚਾਰੀਆਂ ਨੇ ਵੀ ਸਵੀਕਾਰ ਕਰ ਲਿਆ ਸੀ। ਕਾਵ ਦੇ ਭੇਦਾਂ ਦਾ ਜੋ ਤੀਸਰਾ ਆਧਾਰ ਹੈ ਉਹ ਹੈ ਭਾਸ਼ਾ ਦੇ ਆਧਾਰ 'ਤੇ ਕਾਵ ਦੇ ਭੇਦ। ਭਾਰਤੀ ਕਾਵ ਸ਼ਾਸਤਰ ਦੇ ਆਚਾਰੀਆਂ ਨੇ ਸਰੂਪ ਅਤੇ ਅਰਥ ਤੋਂ ਇਲਾਵਾ ਭਾਸ਼ਾ ਦੇ ਆਧਾਰ 'ਤੇ ਵੀ ਕਾਵ ਦੇ ਭੇਦਾਂ ਨੂੰ ਵੰਡਣ ਦਾ ਜਾਂ ਕਾਵ ਦੇ ਭੇਦਾਂ ਦਾ ਪ੍ਰਤੀਪਾਦਨ ਕਰਨ ਦਾ ਯਤਨ ਕੀਤਾ, ਪਰ ਭਾਸ਼ਾ ਦੇ ਆਧਾਰ 'ਤੇ ਕੀਤੇ ਜਾਂਦੇ ਕਾਵ ਦੇ ਭੇਦਾਂ ਨੂੰ ਕੋਈ ਬਹੁਤਾ ਜ਼ਿਆਦਾ ਮਹੱਤਵ ਨਹੀਂ ਦਿੱਤਾ ਜਾਂਦਾ। ਪ੍ਰੋਫੈਸਰ ਸੁਖਦੇਵ ਸ਼ਰਮਾ ਅਨੁਸਾਰ ਭਾਸ਼ਾ ਦਾ ਆਧਾਰ ਭਾਮਹ ਅਤੇ ਦੰਡੀ ਨੇ ਭਾਸ਼ਾ ਦੇ ਆਧਾਰ 'ਤੇ ਕਾਵ ਨੂੰ ਸੰਸਕ੍ਰਿਤ, ਪ੍ਰਕਿਰਤ, ਅਪਭ੍ਰੰਸ਼, ਮਿਸ਼ਰ ਭਾਵ ਮਿਲਿਆ ਜੁਲਿਆ ਰੂਪਾਂ 'ਚ ਵੰਡਿਆ। ਰੁਦਰਟ ਨੇ ਸੰਸਕ੍ਰਿਤ, ਪ੍ਰਾਕਿਰਤ, ਮਾਗਧ, ਪਿਸ਼ਾਚ, ਸ਼ੂਰਸੈਨ, ਅਪਭ੍ਰੰਸ਼ 6 ਅਤੇ ਹੇਮਚੰਦਰ ਨੇ ਸੰਸਕ੍ਰਿਤ, ਪ੍ਰਾਕਿਰਤ, ਅਪਭ੍ਰੰਸ਼, ਗ੍ਰਾਮਯ, ਅਪਭ੍ਰੰਸ਼ 4 ਭੇਦ ਕੀਤੇ ਹਨ। ਇਸ ਤਰ੍ਹਾਂ ਸੰਸਕ੍ਰਿਤ, ਪ੍ਰਾਕਿਰਤ ਅਤੇ ਅਪਭ੍ਰੰਸ਼ ਜਾਂ ਹੋਰ ਭਾਸ਼ਾਵਾਂ ਦੇ ਆਧਾਰ 'ਤੇ ਕਾਵ ਦੇ ਭੇਦ ਕਰਨ ਦਾ ਆਚਾਰੀਆਂ ਵੱਲੋਂ ਯਤਨ ਕੀਤਾ ਗਿਆ ਹੈ। ਭਾਵੇਂ ਆਚਾਰੀਆਂ ਵੱਲੋਂ ਭਾਸ਼ਾ ਦੇ ਆਧਾਰ 'ਤੇ ਕਾਵ ਦੇ ਭੇਦਾਂ ਦਾ ਜ਼ਿਕਰ ਕੀਤਾ ਗਿਆ, ਪਰ ਇਸ ਨੂੰ ਕੋਈ ਬਹੁਤਾ ਮਹੱਤਵ ਜਾਂ ਕਾਵ ਸ਼ਾਸਤਰ ਵਿੱਚ ਇਹਦਾ ਕੋਈ ਉਚਿਤ ਸਥਾਨ ਨਹੀਂ ਬਣ ਸਕਿਆ। ਇਹ ਆਧਾਰ ਵਿਗਿਆਨਕ ਵੀ ਨਹੀਂ ਜਾਪਦਾ ਅਤੇ ਉਚਿਤ ਵੀ ਨਹੀਂ ਜਾਪਦਾ। ਅਤੇ ਜੇਕਰ ਪੁਰਾਤਨ ਸਮੇਂ ਵਿੱਚ ਜਿਨ੍ਹਾਂ ਭਾਸ਼ਾਵਾਂ 'ਚ ਉਸ ਵੇਲੇ ਵਿਸ਼ਿਸ਼ਟ ਸਾਹਿਤ ਰਚਿਆ ਜਾਂਦਾ ਸੀ ਉਸ ਦੇ ਆਧਾਰ 'ਤੇ ਕਾਵ ਦੇ ਭੇਦ ਬਣਾ ਵੀ ਲਏ ਜਾਣ, ਤਾਂ ਆਧੁਨਿਕ ਯੁੱਗ ਦੇ ਵਿੱਚ ਅਨੇਕਾਂ ਭਾਸ਼ਾਵਾਂ ਦੇ ਕਿਸ ਤਰ੍ਹਾਂ ਭਾਸ਼ਾ ਦੇ ਆਧਾਰ 'ਤੇ ਕਾਵ ਦੇ ਭੇਦ ਕੀਤੇ ਜਾਣਗੇ, ਇਹ ਆਪਣੇ ਆਪ ਦੇ ਵਿੱਚ ਬੜਾ ਉਲਝਣ ਵਾਲਾ ਮਸਲਾ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕਾਵ ਦੇ ਭੇਦਾਂ ਦੇ ਆਧਾਰ ਪ੍ਰਮੁੱਖ ਰੂਪ ਵਿੱਚ ਦੋ ਹੀ ਹਨ। ਕਾਵ ਦਾ ਬਾਹਰੀ ਸਰੂਪ, ਜਿਵੇਂ ਕਿ ਰੂਪ ਦੇ ਆਧਾਰ 'ਤੇ ਅਸੀਂ ਕਹਿ ਸਕਦੇ ਹਾਂ ਜੋ ਕਾਵ ਦੀ ਵੰਡ ਹੈ, ਜਿਸ ਵਿੱਚ ਗਦ ਪਦ ਅਤੇ ਮਿਸ਼ਰਤ ਰੂਪ ਆ ਜਾਂਦੇ ਹਨ। ਅਤੇ ਦੂਸਰਾ ਜੋ ਅਰਥ ਦੇ ਆਧਾਰ 'ਤੇ ਕਾਵ ਦੇ ਭੇਦਾਂ ਦੀ ਵੰਡ ਹੈ, ਜਿਸ ਵਿੱਚ ਧੁਨੀ ਸੰਪਰਦਾਇ ਨੇ ਪ੍ਰਮੁੱਖ ਰੂਪ ਵਿੱਚ ਆਪਣਾ ਯੋਗਦਾਨ ਦਿੱਤਾ। ਬਾਕੀ ਭਾਸ਼ਾ ਦੇ ਆਧਾਰ 'ਤੇ ਜੋ ਕਾਵ ਦੇ ਭੇਦਾਂ ਦੀ ਵੰਡ ਕੀਤੀ ਗਈ ਹੈ ਉਹ ਇਸ ਨੂੰ ਇੰਨਾ ਜ਼ਿਆਦਾ ਮਹੱਤਵ ਨਹੀਂ ਦਿੱਤਾ ਜਾਂਦਾ ਜਾਂ ਇਸ ਨੂੰ ਉਚਿਤ ਨਹੀਂ ਸਮਝਿਆ ਜਾਂਦਾ। ਇਸ ਕਰਕੇ ਪ੍ਰਮੁੱਖ ਰੂਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਕਾਵ ਦੇ ਭੇਦਾਂ ਦੀ ਭਾਰਤੀ ਕਾਵ ਸ਼ਾਸਤਰ ਵਿੱਚ ਆਚਾਰੀਆਂ ਨੇ ਜੋ ਵੰਡ ਕੀਤੀ ਹੈ ਉਸ ਦੇ ਦੋ ਹੀ ਪ੍ਰਮੁੱਖ ਆਧਾਰ ਹਨ, ਸਰੂਪ ਦੇ ਆਧਾਰ 'ਤੇ ਅਤੇ ਅਰਥ ਦੇ ਆਧਾਰ 'ਤੇ। ਧੰਨਵਾਦ।